देखो, अक्सर हम आपकी बातचीत करवाते रहते हैं। जो हमारे लुधियाना शहर के 1947 से पहले जो लोग यहाँ पर आके बसे थे, उनके कारोबार थे, तब मुस्लिम भी यहाँ रहते थे, हिंदू भी रहते थे। उस वक्त जिन हिंदुओं के यहाँ कारोबार थे या जो कारोबार करते थे, उनमें आज मेरे सामने जितेंद्र रामपाल जी बैठे हैं। पत्रकार भी हैं जी, और लुधियाना शहर में रहते थे, लेकिन आजकल नोएडा में हैं, दिल्ली में हैं। तो जब बात चली तो कहते थे कि हमारी चौड़ा बाजार में डैंग थी। आप सोचोगे यार, चौड़ा बाजार में डैंग कहाँ पर होगी? लेकिन जितेंद्र रामपाल जी अपनी बताएंगे हमको भी, ये कहाँ, कौन से गांव से, जहाँ पर क्या परिवार इन्होंने किया, तो जहाँ पर इन्होंने कैसे अपना ਡਿਵੈਲਪਮੈਂਟ की तरक्की की। थोड़ा जितेंद्र रामपाल जी, ਤੁਹਾਡਾ ਧੰਨਵਾਦ ਆ, ਲੁਧਿਆਣੇ ਤੁਸੀਂ ਆਏ ਹੈਗੇ ਹੋ, ਤੇ ਤੁਸੀਂ ਤੁਹਾਨੂੰ ਆਪ ਹੀ ਦੱਸੋਗੇ ਲੁਧਿਆਣੇ 'ਚ ਜਿੱਦਾਂ ਪੁਰਾਣੀਆਂ ਗੱਲਾਂ ਨੇ ਜਿਹੜੀਆਂ 1947 ਤੋਂ ਪਹਿਲੇ ਜਾਂ ਉਸ ਤੋਂ ਬਾਅਦ ਦੇ ਵਿੱਚ, ਤੁਹਾਡੇ ਪਰਿਵਾਰ ਦੇ ਬਾਰੇ ਤੁਸੀਂ ਆਪਣੇ ਬਾਰੇ ਦੱਸੋ। ਅਸੀਂ ਪਹਿਲਾਂ ਤਾਂ ਮੈਂ ਸ਼੍ਰੀਪਾਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਮੀਡੀਆ ਦਾ, ਕਿਉਂਕਿ ਇਹ ਤਾਂ ਮੇਰੇ ਖੂਨ ਦੀ ਇੱਕ ਇੱਕ ਕਤਰੇ 'ਚ ਸਮਾਇਆ ਹੋਇਆ, ਤੇ ਇਹ ਤਾਂ ਅਲੱਗ ਹੋ ਗਈ। ਤੇ ਬਾਕੀ ਜਵਾਬ ਦਿੰਦਾ, ਮੇਰੇ ਦਾਦਾ ਜੀ ਤੇ ਮੇਨ ਦਾਦਾ ਜੀ ਤੋਂ ਵੀ ਮੇਰੀ ਦਾਦੀ ਜੀ ਨੂੰ ਲਿਆਏ ਸੀ। ਤੇ 47 ਤੋਂ ਪਹਿਲਾਂ ਅਸੀਂ ਅੱਪਰੇ ਦੇ ਕੋਲ ਰਹਿਪਾ ਮਸਾਨੀ ਪਿੰਡ ਹੈ, ਉੱਥੇ ਦੇ ਸੀਗੇ। ਮੈਂ ਅੱਜ ਵੀ ਉੱਥੇ ਜਾਂਦਾ, ਸਾਡੇ ਜਠੇਰੇ ਵੀ ਉੱਥੇ ਗੁਨਾ ਚੌਰ ਹੈ, ਸਤੀ ਸਾਡੀ ਰਾਮਪਾਲਾਂ ਦੀ। ਤੇ ਪਿੰਡ ਦੇ ਮਸਾਣੀ ਦੇ ਮਕਾਨ ਤਾਂ ਹੁਣ ਅਸੀਂ ਛੱਡ ਚੁੱਕੇ ਨੇ, ਬਾਗ ਬੂਗ ਵੇਚ ਚੁੱਕੇ ਸੀਗੇ। 47 ਤੋਂ ਪਹਿਲਾਂ ਮੇਰੇ ਪਿਤਾ ਜੀ ਔਰ ਤਾਇਆ ਜੀ ਲੁਧਿਆਣੇ ਦੇ ਚੌੜਾ ਬਾਜ਼ਾਰ ਹੀ ਸੀ, ਬਹੁਤ ਛੋਟਾ ਸੀ, ਘੰਟਾ ਘਰ ਤੋਂ ਅੱਗੇ ਕੁਝ ਵੀ ਨਹੀਂ ਸੀਗਾ ਜੀ। ਤੇ ਅਸੀਂ ਮਾਧੋਪੁਰੀ 'ਚ ਮੇਰਾ ਜਨਮ ਹੋਇਆ। ਮਕਾਨ ਸਾਡਾ ਅੱਜ ਵੀ ਆਪਣਾ ਹੋਇਆ, ਚਾਹੇ ਉੱਥੇ ਕੋਈ ਰਹਿ ਜਾਂ ਨਹੀਂ ਰਿਹਾ। ਬਹੁਤ ਵੱਡੇ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ। ਸਾਡੇ ਫਾਦਰ ਹੋਣੀ 5 ਭਰਾ ਸੀ, ਸਭ ਬੜੇ ਫਸਟ ਕਲਾਸ ਢੰਗ ਨਾਲ ਸ਼ਹਿਰ 'ਚ ਸੀ। ਰਾਮਪਾਲ ਡਾਇੰਗ ਦੇ ਫਾਊਂਡਰ ਸੀਗੇ। ਤੇ ਚੌੜਾ ਬਾਜ਼ਾਰ ਦੇ ਵਿੱਚ 47 ਤੋਂ ਪਹਿਲਾਂ ਸਾਡੀ ਰਾਮਪਾਲ ਡਾਇੰਗ ਸੀ। ਤੇ ਉਸ ਵੇਲੇ ਚੌੜਾ ਬਾਜ਼ਾਰ 'ਚ ਖੱਦਰ ਭੰਡਾਰ ਸੀ ਹੁੰਦਾ, ਅੱਜ ਵੀ ਖੱਦਰ ਭੰਡਾਰ ਹੈ। ਉਹਦੇ ਬਾਹਰ ਚਰਨ ਵੈਸ਼ਨੋ ਹੋਟਲ ਸੀਗਾ, ਉਹਦੇ ਅੰਦਰ ਜਗ੍ਹਾ ਸਾਰੀ 5000 ਗਜ ਜਗ੍ਹਾ ਸਾਡੇ ਕੋਲ ਸੀਗੀ। 5000 ਗਜ ਜਗ੍ਹਾ ਸਾਡੇ ਕੋਲ ਸੀ। ਉੱਥੇ ਚਰਨ ਵੈਸ਼ਨੋ ਹੋਟਲ ਹੁੰਦਾ ਸੀ, ਉਹਦੇ ਨਾਲ ਨਹਿਰਾ ਸਪੋਰਟਸ ਸੀ। ਤੇ ਮੈਂ ਹਰ ਇੱਕ ਬੰਦੇ ਦਾ ਤੁਹਾਨੂੰ ਵਿਅਕਤੀਗਤ ਨਾਂ ਦੱਸ ਸਕਦਾ ਹਾਂ। ਤੇ ਸਾਰੇ ਮਤਲਬ ਤਕਰੀਬਨ ਤੁਸੀਂ ਇਹ ਸਾਰਾ ਸਮਝ ਲਓ, ਠਾਕਰ ਦੁਆਰਾ ਨੌਰੀਆਂ ਦੇ ਜਿਹੜੇ ਮਹੰਤ ਹੈ ਉਹ ਵੀ ਮੇਰੇ ਦੋਸਤ ਸੀ। ਅੱਜ ਕੱਲ੍ਹ ਇਸ ਸੰਸਾਰ 'ਚ ਨਹੀਂ ਰਹੇ। ਜਿੱਥੋਂ ਰਾਮਲੀਲਾ ਦਾ ਡੋਲਾ ਨਿਕਲਦਾ, ਉਹ ਜਾ ਕੇ ਉੱਧਰ ਵਸ ਗਏ ਸੀਗੇ ਹਰਿਦੁਆਰ 'ਚ। ਕਨਖਲ ਉਹਨਾਂ ਨੇ ਲੈ ਲਿਆ ਸੀਗਾ ਮਹੰਤ ਜੀ ਨੇ, ਤੇ ਉਹ ਵੀ ਮੇਰੇ ਕਲਾਸ ਫੈਲੋ ਸੀ। ਔਰ ਜਿਹੜੇ ਸੰਗਲਾਂ ਵਾਲੇ ਸ਼ਿਵਾਲੇ ਦੇ ਮਹੰਤ ਸ਼ੀਤਲ ਦਾਸ ਜੀ ਨੇ, ਅੱਜ ਕੱਲ੍ਹ ਤਾਂ ਉਹਨਾਂ ਦੇ ਬੇਟੇ ਮਹੰਤ ਹੈ। ਉਹ ਚਲੋ ਮੇਰੇ ਬੇਟੇ ਦੇ ਉਹ ਵੀ ਦੋਸਤ ਨੇ, ਉਹ ਵੀ ਮੇਰੇ ਬਹੁਤ ਨਜ਼ਦੀਕੀ ਨੇ, ਉਹਨਾਂ ਦੇ ਥਰੂ ਹੀ ਬਣੇ ਸੀਗੇ। ਤੇ ਬਾਕੀ ਓਸਵਾਲ ਗਰੁੱਪ, ਵਿਦਿਆਸਾਗਰ ਜੀ ਓਸਵਾਲ, ਲਛਮਣ ਦਾਸ ਜੀ ਓਸਵਾਲ, ਇਹ ਸਾਡਾ ਜਿੱਥੇ ਪੁਰਾਣੇ ਬਾਜ਼ਾਰ 'ਚ ਵੀ ਅਸੀਂ ਬਾਅਦ 'ਚ ਡਾਇੰਗ ਖੋਲ੍ਹ ਲਈ ਸੀ, ਸਾਡੀ ਆਪਣੀ ਪ੍ਰਾਪਰਟੀ ਸੀ ਉਹ। ਇਹ ਜਿਹੜੀ ਸੀਗੀ ਕਿਰਾਏ ਦੀ ਪ੍ਰਾਪਰਟੀ 'ਤੇ ਅਸੀਂ ਆਏ ਸੀਗੇ, ਉਹ ਸਾਡੀ ਆਪਣੀ ਪ੍ਰਾਪਰਟੀ ਸੀ। ਇਹ ਵਕੀਲਾਂ ਵਾਲੇ ਮਹੱਲੇ ਸਾਰਾ ਓਸਵਾਲ ਪਰਿਵਾਰ ਰਹਿੰਦਾ ਸੀਗਾ। ਸਾਰੇ ਓਸਵਾਲ ਗਰੁੱਪ ਉੱਥੋਂ ਸ਼ੁਰੂ ਹੋਇਆ ਹੈਗਾ। ਤੇ ਹੋਰ ਬਾਕੀ ਜੋ ਮੈਨੂੰ ਇਹ ਪੁੱਛਣਗੇ, ਮੈਂ ਜਿਸ ਬਾਰੇ ਵੀ ਮੈਂ ਪੂਰਾ ਹਾਂ, ਬੰਬੇ ਬੈਕਰੀ ਦੇ ਥੋੜ੍ਹਾ ਜਿਹਾ ਸਾਹਮਣੇ ਖੱਦਰ ਭੰਡਾਰ, ਬੰਬੇ ਬੈਕਰੀ ਇਹਨਾਂ ਨੇ ਯਾਦ ਕਰਾ ਦਿੱਤੀ ਹੈ ਮੈਨੂੰ ਉਹਦਾ ਨਾਂ ਨਹੀਂ ਸੀ ਯਾਦ ਆ ਰਿਹਾ। ਉਹਦੇ ਸਾਹਮਣੇ ਨਹਿਰਾ ਸਪੋਰਟ ਸੀ, ਨਹਿਰਾ ਸਪੋਰਟ ਦੇ ਨਾਲ ਖੱਦਰ ਭੰਡਾਰ ਨੁੱਕਰ 'ਤੇ ਸੀ, ਤੇ ਇੱਕ ਛੋਟੀ ਜਿਹੀ ਦੁਕਾਨ ਹੁੰਦੀ ਸੀ, ਸ਼ਾਇਦ ਉਹ ਹਾਂ। ਵੈਸੇ ਚਰਨ ਵੈਸ਼ਨ ਹੋਟਲ ਢਾਬਾ ਮਸ਼ਹੂਰ ਹੁੰਦਾ ਸੀ ਉਹਨਾਂ ਦਿਨਾਂ 'ਚ, ਉੱਥੇ ਉਹ ਸੀਗਾ। ਤੇ ਉਹਦੇ ਅੰਦਰ ਵੜ ਕੇ ਸਾਰੀ ਪਿੱਛੇ ਜਗ੍ਹਾ ਸਾਡੇ ਕੋਲ ਸੀ। ਪਿੱਛੇ ਉਹਦੇ ਨਾਲ ਮਾਰਕੀਟ ਲੱਗਦੀ ਆ, ਉੱਥੇ ਤਾਂ ਹੀ ਸਾਡੀ ਜਗ੍ਹਾ ਸੀ। ਉਸ ਮਲਹੋਤਰਾ ਮਾਰਕੀਟ ਆ ਸ਼ਾਇਦ ਉਹਦਾ ਨਾਂ। ਅੱਜ ਮੈਨੂੰ ਹੁਣ ਇੰਨੇ ਸਾਲਾਂ ਮਗਰੋਂ ਇਹਨਾਂ ਨੇ ਕੀਤਾ ਤੇ ਮੈਨੂੰ ਯਾਦ ਆ ਰਿਹਾ, ਮਲਹੋਤਰਾ ਮਾਰਕੀਟ ਹੈ ਉਹਦਾ ਨਾਂ। ਉਹਦੇ ਪਿਛਲਾ ਪਾਸਾ ਸਾਰਾ ਸੀ, ਐਂਟਰੀ ਉੱਥੋਂ ਸੀ, ਉਹਦੇ ਕੋਲ ਪਿਛਲਾ ਪਾਸਾ ਸਾਰਾ ਸਾਡੇ ਕੋਲ ਸੀਗਾ। ਤੇ ਉਹਦੇ ਵਿੱਚ ਬਾਅਦ 'ਚ ਫਿਰ ਸ਼ਾਮ ਡਾਇੰਗ ਵੀ ਆਈ ਸੀਗੀ।
ਤੇ ਉਸ ਤੋਂ ਬਾਅਦ ਫਿਰ ਸ਼ਹਿਰ ਦੇ ਵਿੱਚ ਵਨ ਵੇ ਟ੍ਰੈਫਿਕ 'ਚ ਹੋ ਕੇ ਵਨ ਵੇ ਟ੍ਰੈਫਿਕ ਦੀ ਵਜ੍ਹਾ ਦੇ ਨਾਲ ਚੌੜੇ ਬਾਜ਼ਾਰ 'ਚ ਰਸ਼ ਵੱਧ ਗਿਆ ਤੇ ਅਸੀਂ ਇੱਥੋਂ ਨਿਕਲ ਕੇ ਉਹਨਾਂ ਦਿਨਾਂ 'ਚ ਇੰਡਸਟਰੀ ਏਰੀਏ 'ਚ ਪਲਾਟ ਵੰਡੇ ਗਏ ਸੀਗੇ ਬਹੁਤ ਸਸਤੇ ਭਾਅ 'ਚ ਆਨਿਆਂ ਦੇ ਗਜ ਦੇ ਹਿਸਾਬ ਨਾਲ। ਤੇ ਅਸੀਂ ਇੰਡਸਟਰੀ ਏਰੀਆ ਏ ਦੇ ਵਿੱਚ ਮੇਰੇ ਪਿਤਾ ਜੀ ਔਰ ਤਾਇਆ ਜੀ ਨੇ 1250 ਗਜ ਦੇ ਪਲਾਟ ਲੈ ਲਿਆ ਸੀਗਾ ਤੇ ਬਾਅਦ 'ਚ ਅਸੀਂ ਇੰਡਸਟਰੀ ਏਰੀਆ ਏ ਦੇ ਵਿੱਚ ਫੈਕਟਰੀ ਲਾ ਲਈ। ਉਦੋਂ ਬੋਇਲਰ ਵਗੈਰਾ ਚੱਲ ਗਏ ਤੇ ਕਈ ਚੀਜ਼ਾਂ ਹੋ ਗਈਆਂ, ਮਤਲਬ ਪਹਿਲਾਂ ਡਾਇੰਗ ਵਿਦ ਹੈਂਡ ਸੀ, ਫਿਰ ਆਟੋਮੈਟਿਕ ਮਸ਼ੀਨ ਸਟੀਲ ਦੀਆਂ ਮਸ਼ੀਨਾਂ ਆ ਗਈਆਂ, ਬੋਇਲਰ ਆ ਗਏ। ਪਹਿਲਾਂ ਭੱਠੀਆਂ ਤੇ ਕੰਮ ਹੁੰਦਾ ਸੀ, ਕਾਪਰ ਪਲਾਂਟ ਹੁੰਦੇ ਸੀਗੇ ਸਾਰੇ। ਤੇ ਮੇਰੀ ਲਾਈਫ ਦੀ ਸਟਾਰਟਿੰਗ 1969 'ਚ ਹੋ ਗਈ ਸੀਗੀ। ਮੇਰੇ ਫਾਦਰ ਸਾਹਿਬ ਬਿਮਾਰ ਹੋਏ, ਉਹਨਾਂ ਕਾਰਨਾਂ ਕਰਕੇ ਮੈਂ ਆਪਣੇ ਚਾਚਾ ਜੀ ਹੁਣਾਂ ਨਾਲ ਜਾ ਕੇ 69 'ਚ ਚਲਾ ਗਿਆ ਸੀਗਾ। 69 'ਚ ਕੰਮ ਕਰਨ ਤੋਂ ਬਾਅਦ ਮੈਂ 75 'ਚ ਆਪਣੀ ਇੱਕ ਡਾਇੰਗ ਖੜੀ ਕਰ ਲਈ ਸੀ, ਜਿਹੜਾ ਕਿ 1980 'ਚ ਜਾ ਕੇ ਯੂਲਾਈਕ ਡਾਇੰਗ ਸੀ, ਉਹਨੂੰ ਮੈਂ ਯੂਲਾਈਕ ਸਾਇੰਟੀਫਿਕ ਡਾਇਰਸ ਬਣਾ ਲਿਆ। I am the founder of that firm। तो बाकी सारा परिवार भी साडा डाइंगां ते ही है इस वेले। रमल इंडस्ट्री भी साडी बड़ी इस वक्त चल रही है, न्यू रमल इंडस्ट्री खुल रही है, रमल डाइंग भी साडी है। ये सारे असी कज़न है, मेरे चाचा जी दे बेटे रामपाल डाइंग तो है ही है, वो इस वेले मेरी भैन चला रहे हैं, मेरी सिस्टर चला रहे हैं। तो सारा परिवार बड़ा अच्छा संपन्न शुरू तो है, अज भी रहा। तो असी परम पिता परमेश्वर दे लख लख शुक्रगुजार हैं ते कि मैनू इस खानदान च जन्म मिलिया। ते मैं ये उस वेले जी सिर्फ सब तो आबादी तो कुछ भी नहीं सी जी उस वेले 20 ਲੱਖ अपने 20 ਲੱਖ कहता ਲੱਖ ਤੋਂ ਥੱਲੇ ਸੀਗੀ ਜੀ। ਉਸ ਵੇਲੇ ਬਾਬੇ ਦਾ ਹੱਟ ਹੁੰਦਾ ਸੀ ਉੱਥੇ, ਉਹ ਨਾ ਬੰਟੇ ਵਾਲੀ ਬੋਤਲ 'ਚ ਲੈਮਨ ਪਿਲਾਉਂਦਾ ਹੁੰਦਾ ਸੀਗਾ, ਉਹਦੇ ਸਾਹਮਣੇ ਕੁੱਦੂ ਰੇੜੀਆਂ ਵਾਲਾ ਸੀ। ਉਹ ਹੁਣ ਵੀ ਹੈਗਾ ਜੀ। ਹਾਂਜੀ ਹਾਂ, ਉਹ ਜਿਹੜੇ ਉਹ ਸਾਰੇ ਦਲੀਪੇ ਹਲਵਾਈ ਵੀ ਜਿੱਥੇ ਮੈਂ ਰਹਿੰਦਾ ਸੀ 3 ਨੰਬਰ ਗੁੱਚੇ 'ਚ ਉੱਥੇ ਦੇ ਹੀ ਸੀਗੇ। ਮਾਲੀਗੰਜ ਚੌਂਕ 'ਚ ਅੱਜ ਵੀ ਉਹਨਾਂ ਦੇ ਆ, ਉਹਨਾਂ ਦਾ ਬੇਟਾ ਵੀ ਆ। ਉਹ ਸਾਰਿਆਂ ਨੂੰ ਮੈਂ ਚੰਗੀ ਤਰ੍ਹਾਂ, ਮੇਰੇ ਜਿਸ ਗਲੀ 'ਚ ਮੈਂ ਰਹਿ ਰਿਹਾ ਨਾ, ਉਹ ਇਹ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਜੀ। ਅਤੇ ਹੋਰ ਵੀ ਕਿਸੇ ਤੁਸੀਂ ਜ਼ਿਕਰ ਕਰੋਗੇ ਤਾਂ ਮੈਂ ਤੁਹਾਨੂੰ, ਮੈਂ ਉਸ ਵਕਤ ਅੱਛੇ ਖਾਨਦਾਨਾਂ ਲਈ ਅੰਗਰੇਜ਼ੀ ਦਾ ਇੱਕੋ ਹੀ ਨਿਊ ਹਾਇਰ ਸੈਕੰਡਰੀ ਸਕੂਲ ਹੁੰਦਾ ਸੀਗਾ। ਅਤੇ ਉਸ ਵੇਲੇ ਟਾਂਗੇ 'ਚੋਂ ਮਾਧੋਪੁਰੀ 'ਚੋਂ 2 ਹੀ ਬੰਦੇ ਜਾਂਦੇ ਸੀਗੇ, ਇੱਕ ਜਤਿੰਦਰ ਰਾਮਪਾਲ ਮੈਂ, ਦੂਜੀ ਮੇਜਰ ਹੋਰਾਂ ਦੀ ਲੜਕੀ, ਅਤੇ ਤੀਜਾ ਤਾਲਵਾੜ ਹਿੰਗ ਵਾਲੇ ਤਾਲਵਾੜ ਚੌਂਕ ਸੈਦਾ ਮਹੱਲਾ, ਉਹ ਉਹਨਾਂ ਦਾ ਲੜਕਾ ਜਾਂਦਾ ਹੁੰਦਾ ਸੀਗਾ। ਬਸ ਇਹੀ 3 ਬੰਦੇ ਅਸੀਂ ਇੱਥੋਂ ਸਿਟੀ 'ਚੋਂ ਜਾਂਦੇ ਸੀ ਤਾਂਗੇ 'ਚ ਬਹਿ ਕੇ ਜੀ। ਹਾਂਜੀ, ਉੱਥੇ ਪੜ੍ਹਦੇ ਸੀ। ਹਾਂ, ਉਸ ਤੋਂ ਇਲਾਵਾ ਹਾਂ, ਜਿਹੜੀ ਮੈਂ ਤੁਹਾਨੂੰ ਮੇਨ ਗੱਲ ਦੱਸਣੀ ਹੈ, ਮੇਰੇ ਹੁਣ ਆਈ ਹੈ ਦਿਮਾਗ 'ਚ, ਸਤਪਾਲ ਮਿੱਤਲ ਸਾਹਿਬ ਮੇਰੇ ਫਾਦਰ ਸਾਹਿਬ ਦੇ ਬਹੁਤ ਨਜ਼ਦੀਕੀ ਸੀਗੇ। ਉਹਨਾਂ ਦੇ ਸਾਰਾ ਹੀ ਪਰਿਵਾਰ, ਮੇਰੇ ਫਾਦਰ ਸਾਹਿਬ ਬੁਲਟ ਮੋਟਰਸਾਈਕਲ ਸੀ ਉਹਨਾਂ ਕੋਲ ਉਸ ਵੇਲੇ, ਸ਼ਾਇਦ ਸੈਕਿੰਡ ਬੁਲਟ ਮੋਟਰਸਾਈਕਲ ਲੁਧਿਆਣੇ 'ਚ ਸੀ ਜਿਹੜਾ ਸਾਡੇ ਕੋਲ ਸੀਗਾ। ਅਤੇ ਉਸ ਬੁਲਟ ਮੋਟਰਸਾਈਕਲ 'ਤੇ ਅਸੀਂ ਬਾਅਦ 'ਚ ਗੱਲ ਪਰਿਵਾਰਿਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੁਨੀਲ ਭਾਰਤੀ ਮਿੱਤਲ ਜੀ, ਰਕੇਸ਼ ਭਾਰਤੀ ਮਿੱਤਲ ਜੀ ਅੱਜ ਵੀ ਮੇਰੇ ਬੜੇ ਨਜ਼ਦੀਕੀ ਨੇ, ਬੜੇ ਆਦਰਨੀय ਪਰਿਵਾਰ ਹੈ। ਉਹਨਾਂ ਦੇ ਮੰਮੀ ਜੀ ਜਿਹੜੇ ਸਰਾਭਾ ਨਗਰ ਅੱਜ ਵੀ ਰਹਿੰਦੇ ਨੇ, ਸਤਪਾਲ ਮਿੱਤਲ ਜੀ ਦੇ ਵਾਈਫ ਜੀ ਦੀ ਗੱਲ ਕਰ ਰਹੇ ਹਾਂ। ਉੱਥੇ ਅਸੀਂ ਜਾ ਕੇ ਮੇਰੇ ਪਿਤਾ ਜੀ ਬੁਲਟ 'ਤੇ ਲਿਜਾਂਦੇ ਸੀ ਅਤੇ ਅਸੀਂ ਲੱਸੀ ਪੀਂਦੇ ਹੁੰਦੇ ਸੀ ਉਹਨਾਂ ਦੇ ਘਰ ਜਾ ਕੇ। ਅਤੇ ਬਾਕੀ ਰਾਜੀਵ ਮਿੱਤਲ ਜੀ ਵੀ, ਮੈਂ ਉਹਨਾਂ ਦੇ ਬੇਟੇ, 3 ਹੀ ਬੇਟੇ ਆ ਉਹਨਾਂ ਦੇ, ਅਤੇ ਸਭ ਨੂੰ ਵਿਅਕਤੀਗਤ ਤੌਰ 'ਤੇ ਮੇਰੇ ਪਰਿਚਿਤ ਨੇ। ਔਰ ਇਸ ਵਕਤ ਤਾਂ ਜਿੱਦਾਂ ਤੁਸੀਂ ਜਾਣਦੇ ਹੋ ਕਿ ਅੰਬਾਨੀ ਅਡਾਨੀ ਤੋਂ ਬਾਅਦ ਸੁਨੀਲ ਭਾਰਤੀ ਮਿੱਤਲ ਹੀ ਹੈ, ਜਿੱਥੇ ਤੱਕ ਮੈਨੂੰ ਨੌਲੇਜ ਹੈ।
ਤੇ ਹੋਰ ਉਸ ਵੇਲੇ ਮੈਂ ਨਹੀਂ ਕਹਿਣਾ ਚਾਹੁੰਦਾ ਵੀ ਉਹ ਮਿੱਤਲ ਸਾਹਿਬ ਕੀ ਕਰਦੇ ਸੀਗੇ। ਜਦ ਪਹਿਲੀ ਵਾਰ ਰਾਜ ਸਭਾ ਮੈਂਬਰ ਇਹ ਬਣੇ ਨੇ ਉਸ ਵੇਲੇ ਇੰਦਰਾ ਗਾਂਧੀ ਜੀ ਨੇ ਇਹਨਾਂ ਨੂੰ ਹੋਂਡਾ ਜਨਰੇਟਰ ਉਹੀ ਲੈ ਕੇ ਆਏ ਸੀਗੇ, ਇਨ ਪੰਜਾਬ ਇਨ ਲੁਧਿਆਣਾ। ਬਾਕੀ ਮਹਿੰਦਰਾ ਜੀਪ ਵਾਲੇ ਵੀ ਇੱਥੇ ਦੇ ਹੀ ਹੈ ਤੇ ਲੁਧਿਆਣੇ ਦੇ ਆ ਮਹਿੰਦਰਾ ਜੀਪ ਵਾਲੇ। ਦੂਜਾ ਮੈਂ ਤੁਹਾਨੂੰ ਦੱਸਾਂ, ਸ਼ਿਲਪਾ ਸ਼ੈਟੀ ਦਾ ਹਸਬੈਂਡ ਹੈ ਨਾ ਜਿਹੜਾ ਰਾਜੀਵ ਕੁੰਦਰਾ, ਇਹ ਆਰੀਆ ਮਹੱਲੇ ਵੀ ਸਾਡਾ ਘਰ ਸੀਗਾ, ਉਹ ਵੀ ਆਰੀਆ ਮਹੱਲੇ ਰਹਿੰਦਾ ਸੀ ਤੇ ਉਸ ਵੇਲੇ ਮੈਨੀ ਹੌਜ਼ਰੀ ਵਾਲੇ ਵੀ ਬੜੇ ਪ੍ਰਸਿੱਧ ਸੀ। ਤੇ ਉਹ ਵੀ ਮੈਂ ਤੁਹਾਨੂੰ ਜਿਸ ਬਾਰੇ ਵੀ ਮੈਨੂੰ ਇਹ ਕਹਿਣਗੇ ਮੈਂ ਤੁਹਾਨੂੰ ਉਹਦਾ ਵਿਅਕਤੀਗਤ ਜੀਵਨ ਜਾਂ ਓਸਵਾਲ ਪਰਿਵਾਰ ਦੀ ਸਾਰੀ ਹਿਸਟਰੀ ਦੱਸ ਸਕਦਾ ਤੇ ਤੁਹਾਨੂੰ ਉਹਨਾਂ ਸਾਰਿਆਂ ਦਾ ਵੀ ਮੈਨੂੰ ਅੱਛੇ ਤਰ੍ਹਾਂ ਜ਼ਿਕਰ ਹੈ। ਮੈਂ ਜਾਣਦਾ ਵੀ ਉਸ ਵੇਲੇ ਕੌਣ ਸ਼ਹਿਰ ਦਾ ਮੁਖੀ ਸੀ ਜਾਂ ਕਿਸ ਤਰ੍ਹਾਂ ਸ਼ਹਿਰ ਚੱਲ ਰਿਹਾ ਸੀ। ਅੱਜ ਤਾਂ ਮੇਰੇ ਖਿਆਲ ਦੇ ਵਿੱਚ ਮੈਂ ਅੱਜ ਵੀ ਮੀਡੀਆ 'ਚ ਹੈ, ਰਜਤ ਦੀ ਨਾਲ ਵੀ ਮੈਂ ਕੰਮ ਕੀਤਾ, ਰਜਤ ਸ਼ਰਮਾ ਜੀ ਨਾਲ ਵੀ ਕੀਤਾ ਮੈਂ ਕੰਮ। ਤੇ ਬਾਕੀ ਮੈਂ ਪੰਜਾਬ ਕੇਸਰੀ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਮੈਂ ਇੱਥੇ ਦਾ ਪੂਰਾ ਕਮਾਨ ਸੰਭਾਲੀ ਔਰ 1 ਲੱਖ ਦੀ ਸੇਲ ਲੁਧਿਆਣੇ 'ਚ ਕਰਨ ਵਾਲਾ ਸਿਰਫ ਜਤਿੰਦਰ ਰਾਮਪਾਲ ਹੈ। ਇਸ ਗੱਲ ਦਾ ਜਵਾਬ ਸ਼੍ਰੀ ਅਵਿਨਾਸ਼ ਚੋਪੜਾ ਜੀ ਕੋਲੋਂ ਜਾਂ ਸ਼੍ਰੀ ਵਿਜੇ ਚੋਪੜਾ ਜੀ ਕੋਲੋਂ ਪੁੱਛ ਲਓ। ਸਵੇਰੇ 4 ਵਜੇ ਉੱਠ ਕੇ ਆਉਂਦਾ ਸੀ। ਫਿਰ ਮੈਂ ਹੌਬੀ ਦੇ ਤੌਰ 'ਤੇ ਮੀਡੀਆ 'ਚ ਆਇਆ ਜੀ। ਜਿਹੜੀ ਗੱਲ ਹੁਣ ਅਗਲੀ ਹੈ ਵੀ ਉੱਥੇ ਤੁਹਾਨੂੰ ਦੱਸਣ ਤੋਂ ਪਹਿਲਾਂ ਮੈਂ ਇਹ ਦੱਸਾਂ, ਮੈਂ ਐਜ਼ ਏ ਹੌਬੀ ਮੀਡੀਆ ਜੁਆਇਨ ਕੀਤਾ। ਆਈ ਵਾਜ਼ ਮੀਡੀਆ 'ਚ ਮੈਂ ਸਿੱਖਿਆ ਨਹੀਂ ਸੀ, ਬਟ ਮੈਨੂੰ ਹੌਬੀ ਆ ਗਈ ਕਿ ਮੇਰੀ ਫੈਕਟਰੀ ਹੁਣ ਚੱਲਣ ਲੱਗ ਗਈ ਹੈ, ਮੇਰੇ ਭਰਾ ਚਲਾਉਂਦੇ ਨੇ ਤੇ ਮੇਰੇ ਕੋਲ ਟਾਈਮ ਹੈਗਾ। ਤੇ ਉੱਥੇ ਵੀ ਮੈਨੂੰ ਪਰਮਪਿਤਾ ਪਰਮੇਸ਼ਵਰ ਨੇ, ਭੋਲੇਨਾਥ ਜੀ ਨੇ ਬੜੀ ਬਰਕਤ ਪਾਈ ਤੇ ਮੈਂ ਆਪਣੇ ਇਮਾਨਦਾਰੀ ਨਾਲ ਨਿਭਾਇਆ ਜਿੰਨਾ ਕਿਸੇ ਨਾਲ ਵੀ ਨਿਭਾ ਸਕਦਾ। ਬਾਕੀ ਜਿਹੜੇ ਵੀ ਤੁਸੀਂ ਪੁਰਾਣੇ ਲੀਡਰ ਸਾਹਿਬ ਦਾ ਨਾਂ ਲਓਗੇ ਲੁਧਿਆਣੇ ਤੋਂ ਬਿਲੋਂਗ ਕਰ, ਸਰਦਾਈ ਲਾਲ ਕਪੂਰ ਜੀ ਤੋਂ ਵੀ ਸ਼ੁਰੂ ਹੋ ਜਾਓ ਤਾਂ ਵੀ ਉਹ ਮੇਰੇ ਕੋਲ ਘਰ ਦੇ ਕੋਲ ਰਹਿੰਦੇ ਸੀਗੇ, ਮਾਨਨੀय ਸਰਦਾਈ ਕਪੂਰ ਜੀ। ਲਾਲਾ ਜਗਤ ਨਾਰਾਇਣ ਜੀ ਵੀ ਜਿਹੜੇ ਸੰਸਥਾਪਕ ਨੇ ਪੰਜਾਬ ਕੇਸਰੀ ਦੇ, ਉਹ ਵੀ ਉਸ ਵੇਲੇ ਸਾਡੇ ਉੱਥੇ ਹਜ਼ੂਰੀ ਰੋਡ ਆਉਂਦੇ ਹੁੰਦੇ ਸੀਗੇ। ਤੇ ਬਾਕੀ ਸੁਨੇਜਾ ਨਿਊਜ਼ ਏਜੰਸੀ ਦੇ ਆਉਂਦੇ ਸੀ ਤੇ ਇਸ ਕਰਕੇ ਉੱਥੇ ਆਉਂਦੇ ਸੀ। ਤੁਸੀਂ ਜਿੱਦਾਂ ਵੀ ਜਿਹੜੀ ਗੱਲ ਬਾਰੇ ਵੀ ਮੈਨੂੰ ਤੁਸੀਂ ਪੁੱਛੋਗੇ, ਬਦਲਾਅ ਕੀ ਦੇਖ ਰਹੇ ਹੋ ਉਸ ਟਾਈਮ ਤੇ ਇਸ ਟਾਈਮ ਦੇ ਵਿੱਚ? ਦੇਖੋ ਜੀ, ਬਦਲਾਅ ਤਾਂ ਮੈਂ ਇੱਥੋਂ ਕੋਈ ਬਹੁਤੀ ਦੇਰ ਤਾਂ ਹੋਏ ਨਹੀਂ, ਮੈਂ ਸਾਰੀ ਉਮਰ ਇੱਥੇ ਹੀ ਗੁਜ਼ਾਰੀ ਹੈ। ਮੈਂ 60 ਪਲੱਸ ਹੋਣ ਤੋਂ ਬਾਅਦ ਗਿਆ। ਬਦਲਾਅ ਤਾਂ ਮੈਂ ਸਾਰੇ ਦੇਖੀ ਹੈ ਚੇਂਜ। ਮੈਂ ਇੱਕ ਲੀਡਰ ਜਿਹੜੇ ਇੱਥੇ ਦੇ ਹੈਗੇ ਆ, ਅੱਜ ਕੱਲ੍ਹ ਸਤਪਾਲ ਗੁਸਾਈ ਜੀ ਵੀ ਹੈ ਨਹੀਂ, ਇਹਨਾਂ ਨੂੰ ਵੀ ਲੀਡਰੀ 'ਚ ਮੈਂ ਲਿਆਂਦਾ ਹੋਇਆ। ਊਸ਼ਾ ਮਲਹੋਤਰਾ ਨੂੰ ਵੀ, ਮਤਲਬ ਮੈਂ ਕੋਈ ਬਹੁਤੇ ਐਡੇ ਆਪਣੀ ਤਾਰੀਫ ਨਹੀਂ ਕਰਨਾ ਚਾਹੁੰਦਾ। ਬੇਅੰਤ ਸਿੰਘ ਜੀ ਕੋਟਲੀ ਜਾਂਦਾ ਹੁੰਦਾ ਸੀ ਉਹਨਾਂ ਦੇ ਘਰ, ਤੇ ਬੇਅੰਤ ਸਿੰਘ ਜੀ ਮਾਧੋਪੁਰੀ ਆਉਂਦੇ ਸੀ ਤੇ ਮੇਰੀ ਬਾਂਹ ਫੜ ਕੇ ਨਾਲ ਚੱਲਦੇ ਹੁੰਦੇ ਸੀ। ਸਰਦਾਰ ਬੇਅੰਤ ਸਿੰਘ ਜੀ ਦੀ ਗੱਲ ਕਰ ਰਹੇ ਹਾਂ। ਤੇ ਤੇਜ ਪ੍ਰਕਾਸ਼ ਔਰ ਗੁਰਕਮਲ ਕੌਰ ਜੀ ਨੂੰ ਵੀ ਅਗਰ ਉਹ ਮੇਰੀ ਗੱਲ ਨੂੰ ਸੁਣਦੇ ਹੋਣ ਤਾਂ ਉਹਨਾਂ ਨੂੰ ਯਾਦ ਹੋਊਗਾ ਕਿ ਉਹਨਾਂ ਨੂੰ ਪੋਲੀਟਿਕਸ ਲਿਆਉਣ ਵਾਲਾ ਜਤਿੰਦਰ ਰਾਮਪਾਲ ਹੀ ਹੈ। ਤੇ ਤੇਜ ਪ੍ਰਕਾਸ਼ ਜੀ ਨੂੰ ਵੀ ਪਤਾ, ਗੁਰਕੀਰਤ ਕੋਟਲੀ ਨੂੰ ਵੀ ਪਤਾ, ਤੇ ਹੁਣ ਅੱਜ ਕੱਲ੍ਹ ਜਿਹੜੇ ਰਵਨੀਤ ਬਿੱਟੂ ਜੀ ਨੇ ਉਹਨਾਂ ਨੂੰ ਵੀ ਪਤਾ। ਬਾਕੀ ਮਨੀਸ਼ ਤਿਵਾੜੀ ਜੀ ਨੂੰ ਵੀ ਪਤਾ। ਤੁਸੀਂ ਜਿਸ ਬੰਦੇ ਦਾ ਨਾਂ ਲਓਗੇ ਮੈਂ ਤਕਰੀਬਨ ਬੜੇ ਅੱਛੇ ਤਰ੍ਹਾਂ ਤੁਹਾਨੂੰ ਉਹਨਾਂ ਦੀ ਸਭ ਕੁਝ ਦੱਸ ਸਕਦਾ, ਚਾਹੇ ਉਹ ਬਿਜ਼ਨਸਮੈਨ ਹੋਵੇ, ਚਾਹੇ ਉਹ ਪੋਲੀਟਿਕਸ ਦੇ ਵਿੱਚ ਹੋਵੇ। ਤੇ ਐਸਾ ਮੇਰੇ ਕੋਲ ਹਜੇ ਤੱਕ ਪਰਮ ਪਿਤਾ ਪਰਮੇਸ਼ਵਰ ਨੇ, ਭੋਲੇਨਾਥ ਜੀ ਨੇ ਮੈਨੂੰ ਦਿੱਤੀ है शक्ति। और देखिए बने गुरिंदर जी भी बैठे हैं साथ, यही बहुत पुराने, जहाँ पर 150 साल से ज़्यादा इनको भी हो गए हैं। देखिए गुरिंदर जी को लगाओ, और ये दोनों दोस्त बैठे हैं, मिलते जुलते रहते थे चौड़ा बाज़ार में। तो आज भी हम इनकी दुकान पर, जहाँ होटल में बैठे हैं जहाँ पर, तो चलते चलते मैं जहाँ रुक गया तो मैंने सोचा कि जतेंद्र रामपाल जी हमारे पुराने मित्र हैं। जब हम छोटे होते थे तो इनसे मिलते जुलते रहते थे भदौड़ा उसमें। तो मैंने देखा तो पहचान लिया, यार ये तो जतेंद्र रामपाल है। तो मैंने सोचा कि बताओ अपने बारे थोड़ा सा। देखो कितना कुछ इन्होंने बताया है, पुराना हिस्ट्री। जब लुधियाना शहर में हौजरी का कारोबार होता था तो रंगाई करने के लिए ऊन जो होती थी इन्हीं की फैक्ट्रियों से जाती थी। बदल गया समय, बदल गया जहाँ, और जहाँ के लोग भी बदल गए हैं, पर जतेंद्र रामपाल जी के दिमाग में आज भी वो सारी पुरानी हिस्ट्री याद है। धन्यवाद रामपाल जी, गुरिंदर सूद जी, आपके जहाँ हमें मुलाकात हुई। तो लोगों देखो, हम जो देखते हैं वही दिखाते हैं। धन्यवाद। थैंक यू।